ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨਾ ਜਾਣ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। मैं मूर्ख की केतक बात है, कोट पराधी तरया रे। गुरु नानक जिन सुनिया पेखिया, से फिर गर बास न परया रे। सखी तेरा जी मैं किश नहीं, मैं किश नहीं। कबीर मेरा मुझ में किश नहीं, जो किश है सो तेरा। तेरा तुझको सौंपते क्या लागे मेरा। मैं नहीं प्रभु सब किछ तेरा, इगे निर्गुण उगे सरगुण। केल कर्म विच स्वामी मेरा, प्यारे जो किश है सो तेरा। मेरी इत्थे कोई चीज न
जो किसी है सो मेरी कोई जो किसी है सो तेरा ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ, ਜਿੱਥੇ ਆਪ ਜੀ ਕਾਫੀ ਸਮੇਂ ਤੋਂ ਗੁਰਬਾਣੀ ਹਰੀ ਜਸ ਦੀ ਕੀਰਤਨ
ਸਰਵਣ ਕਰਕੇ ਆਪਣੀ ਜ਼ਿੰਦਗੀ ਦੇ ਅਮੋਲਕ ਸਮੇਂ ਨੂੰ ਗੁਰਚਰਨਾਂ ਵਿੱਚ ਲਗਾ ਕੇ ਸਫਲਿਆਂ ਕਰਨ ਦੀ ਖੇਚਲਾ ਜਾਨੀ ਕਿਰਪਾਲਤਾ ਕਰ ਰਿਹਾ। ਰਾਤੀ ਕੀਰਤਨ ਦੇ ਵਿੱਚ ਗੱਲ ਚੱਲੀ ਸੀ, ਮਾਫ ਕਰਨਾ ਜੈ ਮਾਤ ਪਿਤਾ ਸਤਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਵਾਹਿਗੁਰੂ ਅੰਤਰਜਾਮੀ ਦੇ ਨਾਮ ਵਿੱਚ ਇਹ ਵਸਤੂਆਂ ਤਾਂ ਬਹੁਤ ਛੋਟੀ ਜਿਹੀ ਗੱਲ ਹੈ, ਦਾਤਾਂ ਤਾਂ ਬਹੁਤ ਪਿੱਛੇ ਰਹਿ ਜਾਂਦੀਆਂ ਹਨ। ਨਾਮ ਜਪਣ ਵਾਲਾ ਨਾਮ ਜਪ ਕੇ ਨਾਮੀ ਦਾ ਹੀ ਰੂਪ ਹੋ ਜਾਂਦਾ, ਪਰਮੇਸ਼ਰ ਦਾ ਰੂਪ ਹੋ ਜਾਂਦਾ। ਨਾਮੇ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ। ਭਗਤ ਕਬੀਰ ਜੀ ਕਾਸ਼ੀ ਦੇ ਵਿੱਚ ਹੋਏ ਨੇ। ਕਾਸ਼ੀ ਸਾਡੇ ਹਿੰਦੁਸਤਾਨ ਵਿੱਚ ਕਿਤੇ ਕੋਈ ਮੌਕਾ ਬਣਿਆ ਤੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਵੇ ਤਾਂ ਕਾਸ਼ੀ ਜਾ ਕੇ ਦੇਖਿਓ। ਜਿਸ ਦੀ ਹਿੱਕ ਦੇ ਉੱਤੇ ਬੜੇ ਬੜੇ ਕਮਾਈਆਂ ਵਾਲੇ ਸਾਧੂਆਂ ਨੇ, ਭਗਤਾਂ ਨੇ ਅਵਤਾਰ ਧਾਰਨ ਕੀਤਾ। ਭਗਤ ਕਬੀਰ ਜੀ ਇੱਥੋਂ ਦੇ ਵਸਿੰਦੇ ਸਨ। ਮਾਫ ਕਰਨਾ, ਭਗਤ ਕਬੀਰ ਜੀ ਕਾਸ਼ੀ ਬਨਾਰਸ ਵਿੱਚ ਰਹਿੰਦੇ ਨੇ। ਭਗਤ ਜੀ ਤਾਂ ਭਗਤ ਜੀ ਹੀ ਸਨ, ਪਰ ਲੋਈ ਭਗਤ ਕਬੀਰ ਤੋਂ ਵੀ ਅੱਗੇ ਸੀ। ਲੋਈ ਦਾ ਜੀਵਨ ਇੰਨਾ ਉੱਚਾ ਤੇ ਸੁੱਚਾ ਸੀ। ਭਗਤ ਕਬੀਰ ਜੀ ਨੂੰ ਕਿਸੇ ਮੌਕੇ ਲੋਕਾਂ ਨੇ ਪੁੱਛਿਆ, ਭਗਤ ਜੀ ਜੀਵਨ ਮਾਫ ਕਰਨਾ ਗ੍ਰਸਥ ਜੀਵਨ ਚੰਗਾ ਕਿ ਮਾੜਾ? ਕਬੀਰ ਜੀ ਲੱਗੇ ਕਹਿਣ ਹੈ ਤਾਂ ਚੰਗਾ, ਪਰ ਲੋਈ ਕਰਕੇ। ਇੱਕ ਵਾਰੀ ਕਹਿ ਦੇ ਵਾਹਿਗੁਰੂ। ਗ੍ਰਸਥ ਜੀਵਨ ਹੈ ਤਾਂ ਚੰਗਾ, ਪਰ ਲੋਈ ਕਰਕੇ। ਜੇ ਲੋਈ ਵਰਗੀ ਔਰਤ ਹੋਵੇ, ਮਾਫ ਕਰਨਾ, ਜੋ ਗਿਰਹੀ ਤੋ ਧਰਮ ਕਰ, ਨਹੀਂ ਤੋ ਕਰ ਬਰਾਗ। ਬੈਰਾਗੀ ਬੰਧਨ ਕਰੇ, ਤਾਕੋ ਬੜੋ ਅਭਾਗ। ਕਹਿੰਦੇ ਜੇ ਗ੍ਰਸਤੀਆਂ ਤਾਂ ਧਰਮ ਕਰ ਧਰਮ। ਮੁੱਕਰੀ ਗੱਲ ਕੀ, ਦੋ ਹੀ ਰਾਹ ਦੱਸੇ ਨੇ। ਜੇ ਕਹਿੰਦੇ ਨੇ ਨਹੀਂ ਤੋ ਕਰ ਬਰਾਗ, ਨਹੀਂ ਤੇ ਰੱਬੀ ਬਰਾਗ ਨੂੰ ਧਾਰਨ ਕਰ। ਪਰ ਬਰਾਗ ਘਰ ਬਾਰ ਛੱਡ ਕੇ, ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਜੇ ਰਿਸ਼ਤੇਦਾਰੀਆਂ 'ਚ ਫਸਿਆ ਰਹੇ, ਦੁਨੀਆਦਾਰੀ ਵਿੱਚ ਫਸਿਆ ਰਹੇ, ਕਬੀਰ ਜੀ ਕਹਿੰਦੇ ਉਸ ਬੈਰਾਗੀ ਦੇ ਕਰਮ ਬੜੇ ਮਾੜੇ ਹਨ। ਆਪ ਜੀ ਕਾਸ਼ੀ ਦੇ ਵਿੱਚ ਰਹਿੰਦੇ ਨੇ। ਮਾਲੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਤਲਨੇ ਬੁਣਨੇ ਦਾ ਕੰਮ ਕਰਨਾ। ਕਿਸੇ ਮੌਕੇ ਭਗਤ ਕਬੀਰ ਜੀ ਦੇ ਘਰੇ ਸਤਿਪੁਰਸ਼ ਆਏ। ਨਾਮ ਜਪਣ ਵਾਲੀਆਂ ਕੁਝ ਰੂਹਾਂ ਉਤਰੀਆਂ। ਹਾਲਤ ਕਿਹੋ ਜੀ? ਇੰਨੀ ਪਤਲੀ। ਕਹਿੰਦੇ ਕਬੀਰ ਜੀ ਲੋਈ ਨੂੰ ਕਹਿੰਦੇ, ਲੋਈਏ ਇਹ ਸਾਧੂ ਆਏ ਨੇ, ਸਤਿਪੁਰਸ਼ ਆਏ ਨੇ, ਤੇ ਇਹਨਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ। ਮਹਾਂਪੁਰਖ ਰਾੜੇ ਵਾਲੇ, ਜਿਨ੍ਹਾਂ ਦੀ ਬਰਸੀ, ਜਿਨ੍ਹਾਂ ਦੀਆਂ ਯਾਦਾਂ ਥਾਂ ਥਾਂ ਤੇ ਮਨਾਈਆਂ ਜਾ ਰਹੀਆਂ ਨੇ, ਕਿਆ ਕਰਦੇ ਸਨ ਕਿ ਜੇਕਰ ਸਾਧੂ ਕਿਸੇ ਦੇ ਘਰੇ ਜਾਵੇ
ਕਮਾਈ ਵਾਲਾ ਸਾਧੂ, ਜੇ ਉਹਦਾ ਕੋਈ ਸਤਿਕਾਰ ਨਾ ਕਰੇ ਤੇ ਉਹ ਦੋਸ਼, ਉਹ ਗੁਨਾਹ ਗ੍ਰਸਤੀ ਦੇ ਸਿਰ ਤੇ ਹੈ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਜੇ ਬਾਣੇ 'ਚ ਸਾਧੂ ਗਿਆ, ਉਹਦੇ ਘਰੇ, ਕਿਸੇ ਗ੍ਰਸਤੀ ਦੇ ਘਰੇ, ਜੇ ਅੱਗੋਂ ਕੋਈ ਗ੍ਰਸਤੀ ਸੇਵਾ ਨਹੀਂ ਕਰਦਾ, ਉਹਦਾ ਗੁਨਾਹਗਾਰ ਗ੍ਰਸਤੀ ਹੈ। ਪਰ ਕਹਿੰਦੇ ਜੇ ਬਾਣਾ ਪਾ ਕੇ, ਬਾਣਾ ਨਾ ਪਾ ਕੇ ਕੋਈ ਕਿਸੇ ਗ੍ਰਸਤੀ ਦੇ ਘਰੇ ਜਾਏ ਤੇ ਉਹਦਾ ਗੁਨਾਹ ਕਹਿੰਦੇ ਨੇ ਸਾਧੂ ਦੇ ਸਿਰ ਤੇ ਹੈ। ਕਿਉਂਕਿ ਬਾਣੇ ਤੋਂ ਹੀ ਪਹਿਚਾਣਿਆ ਜਾਂਦਾ ਕਿ ਇਹ ਸਾਧੂ ਹੈ। ਜਿਵੇਂ ਪੁਲਿਸ ਵਾਲਿਆਂ ਦੀ ਵਰਦੀ ਤੋਂ ਅਸੀਂ ਦੇਖ ਕੇ ਅੰਦਾਜ਼ਾ ਲਾ ਲੈਂਦੇ ਹਾਂ ਕਿ ਇਹ ਪੁਲਿਸ ਵਾਲੇ ਨੇ। ਮਿਲਟਰੀ ਵਾਲਿਆਂ ਦੇ ਕੱਪੜੇ ਵੇਖ ਕੇ ਅੰਦਾਜ਼ਾ ਲਾ ਲੈਂਦੇ ਹਾਂ ਕਿ ਇਹ ਮਿਲਟਰੀ ਵਾਲੇ ਨੇ। ਮੁੱਕਦੀ ਗੱਲ ਕਿ ਭਗਤ ਕਬੀਰ ਜੀ ਦੇ ਗ੍ਰਹਿ ਵਿਖੇ ਇੱਕ ਮਹਾਂਪੁਰਖਾਂ ਦੀ, ਰੱਬ ਨੂੰ ਪਹੁੰਚੀਆਂ ਰੂਹਾਂ ਦੀ ਇੱਕ ਕਹਿੰਦੇ ਨੇ ਸਾਧ ਸੰਗਤ ਦੀ ਸੰਤ ਮੰਡਲੀ ਉਤਰੀ। ਅੱਜ ਤਾਂ ਜ਼ਮਾਨਾ ਹੀ ਕੁਝ ਹੋਰ ਹੈ। ਬਿਨਾਂ ਨਿੰਦਾ ਚੁਗਲੀ ਕਿਚ ਪਈ ਤੋਂ ਕੁਛ ਵੀ ਨਹੀਂ ਹੈ। ਮਾਫ ਕਰਨਾ ਕਹਿੰਦੇ ਲੋਈ ਨੂੰ ਕਬੀਰ ਜੀ ਕਹਿੰਦੇ ਲੋਈਏ। ਆਪਣੇ ਘਰੇ ਮਹਾਂਪੁਰਸ਼ਾਂ ਨੇ ਸਾਡਾ ਫਰਜ਼ ਬਣਦਾ ਇਹਨਾਂ ਦੀ ਕੋਈ ਸੇਵਾ ਕਰਨੀ, ਪ੍ਰਸ਼ਾਦਾ ਪਾਣੀ ਛਕਾਉਣਾ, ਕੋਈ ਲੰਗਰ ਤਿਆਰ ਕਰੋ, ਕੋਈ ਪ੍ਰਸ਼ਾਦਾ ਤਿਆਰ ਕਰੋ। ਲੋਈ ਨੇ ਬੇਨਤੀ ਕੀਤੀ, ਮਹਾਰਾਜ ਜੀ ਘਰ ਦੇ ਵਿੱਚ ਮਾਫ ਕਰਨਾ, ਕੋਈ ਰਾਸ਼ਨ ਨਹੀਂ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਕਬੀਰ ਜੀ ਲੱਗੇ ਕਹਿਣ, ਜੇ ਰਾਸ਼ਨ ਕੋਈ ਨਹੀਂ ਤੇ ਇਹ ਤੇ ਸਾਧੂ ਆਏ ਨੇ ਤੇ ਆਪਾਂ ਇਹਨਾਂ ਦੀ ਸੇਵਾ ਨਾ ਕੀਤੀ ਤੇ ਇਹ ਦੋਸ਼ ਸਾਡੇ ਸਿਰ ਤੇ ਹੈ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਕਿੰਨਾ ਉੱਚਾ ਤੇ ਸੁੱਚਾ ਜੀਵਨ ਮਾਈ ਲੋਈ ਦਾ ਸੀ। ਤਿਆਗ ਦੀ ਮੂਰਤੀ ਸੀ ਉਹ ਔਰਤ। ਫਿਰ ਉਹਨੇ ਕਬੀਰ ਜੀ ਨੇ ਕਿਹਾ, ਲੋਈ ਸਾਡਾ ਫਰਜ਼ ਬਣਦਾ ਇਹਨਾਂ ਦੀ ਸੇਵਾ ਕਰਨੀ। ਲੋਈ ਕਹਿੰਦੀ ਇਹ ਤਾਂ ਮੈਨੂੰ ਵੀ ਪਤਾ ਹੈ, ਪਰ ਇੰਜ ਕਰੋ ਕਿ ਮੈਂ ਨਾ ਮੈਨੂੰ ਕਿਸੇ ਸ਼ਾਹੂਕਾਰ ਨੂੰ ਵੇਚ ਦਿਓ, ਕਿਸੇ ਸੇਠ ਨੂੰ ਵੇਚ ਦਿਓ। ਕਬੀਰ ਜੀ ਲੱਗੇ ਕਹਿਣ ਵੇਚ ਤੇ ਦਿਆਂਗੇ, ਪਰ ਲੰਗਰ ਕੌਣ ਤਿਆਰ ਕਰੇਗਾ? ਲੋਈ ਨੇ ਆਖਿਆ ਜੀ ਕਮਾਲੀ ਘਰੇ ਹੈ, ਕਮਾਲਾ ਘਰੇ ਹੈ। ਦੋ ਬੱਚੇ ਸਣੇ ਦਾ ਨਾਂ ਕਮਾਲਾ ਸੀ, ਬੱਚੇ ਦਾ ਲੜਕੇ ਦਾ ਨਾਂ ਕਮਾਲਾ ਸੀ, ਬੇਟੀ ਦਾ ਨਾਂ ਕਮਾਲੀ ਸੀ। ਕਹਿੰਦੇ ਤੁਸੀਂ ਇਹਨਾਂ ਨੂੰ ਨਾਲ ਲੈ ਕੇ ਤੇ ਲੰਗਰ ਤਿਆਰ ਕਰ ਲਿਓ। ਕਹਿੰਦਾ ਮੁੱਕਦੀ ਗੱਲ ਕੀ ਲੋਈ ਸ਼ਾਹੂਕਾਰ ਸੇਠ ਦੇ ਘਰੇ ਜਾ ਕੇ ਕਹਿੰਦੇ ਕੁਝ ਪੈਸਿਆਂ ਕਰਕੇ ਕਬੀਰ ਜੀ ਨੇ ਮਾਈ ਲੋਈ ਨੂੰ ਵੇਚ ਦਿੱਤਾ। ਏਕ ਨੇ ਕਹੀ ਦੂਜੇ ਨੇ ਮਾਨੀ, ਦੋਨੋਂ ਪੂਰਨ ਬ੍ਰਹਮ ਗਿਆਨੀ। ਜਦੋਂ ਕਬੀਰ ਜੀ ਨੇ ਵੇਚ ਦਿੱਤਾ, ਪੈਸੇ ਲੈ ਕੇ ਘਰ ਆ ਗਏ, ਰਾਸ਼ਨ ਲਿਆ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਰਾਸ਼ਨ ਲੈ ਕੇ ਭਗਤ ਕਬੀਰ ਜੀ ਘਰ ਆਏ ਤੇ ਸਤਿਪੁਰਸ਼ਾਂ ਦੀ ਸੇਵਾ ਕਰਨੀ ਆਰੰਭ ਕਰ ਦਿੱਤੀ। ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਕੀਤਾ। ਇਧਰੋਂ ਸੇਠ ਨੇ ਮਾਈ ਲੋਈ ਨੂੰ ਕਿਹਾ, ਲੋਈ ਤੂੰ ਕਿਉਂ ਵਿਖੀ? ਤੈਨੂੰ ਵਿਕਣ ਦੀ ਕੀ ਲੋੜ ਸੀ?
ਭਗਤਾਂ ਦੇ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੀ ਤੂੰ ਧਰਮ ਸਪਤਨੀ ਹੈ। ਇਹੋ ਜਿਹੀ ਕਿਹੜੀ ਤੈਨੂੰ ਲੋੜ ਪਈ ਕਿ ਜੋ ਤੂੰ ਮੇਰੇ ਪਾਸ ਵਿਕ ਗਈ, ਤੈਨੂੰ ਭਗਤ ਕਬੀਰ ਜੀ ਵੇਚ ਗਏ। ਲੋਈ ਨੇ ਆਖਿਆ, ਸੇਠ ਜੀ ਅਸੀਂ ਗ੍ਰਸਤੀ ਹਾਂ, ਸਾਡਾ ਫਰਜ਼ ਬਣਦਾ ਆਏ ਗਏ ਸਤਪੁਰਸ਼ ਸਾਧੂ ਦੀ ਸੇਵਾ ਕਰਨੀ। ਇੱਕ ਸੰਤਾਂ ਦੀ ਮੰਡਲੀ ਘਰ ਆਈ ਹੈ। ਉਹ ਜ਼ਮਾਨਾ ਕੁਝ ਹੋਰ ਸੀ, ਅੱਜ ਕੱਲ੍ਹ ਤਾਂ ਕਹਿੰਦੇ ਸੰਤ ਹੈ ਹੀ ਨਹੀਂ। ਸੈਣ ਨਾਈ ਬੁਤਕਾਰੀਆ, ਉਹ ਕਰ ਕਰ ਸੁਣਿਆ, ਹਿਰਦੇ ਬਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਮਾਫ ਕਰਨਾ, ਭਗਤ ਸੈਨ ਜੀ ਕਿਸੇ ਬਾਦਸ਼ਾਹ ਦੀ ਮੁੱਠੀ ਚਾਪੀ ਕਰਨ ਲਈ ਜਾਂਦੇ ਸਨ, ਪਰ ਕਹਿੰਦੇ ਨੇ ਅੱਜ ਇੱਕ ਸੰਤ ਮੰਡਲੀ ਭਗਤ ਸੈਣ ਜੀ ਦੇ ਘਰੇ ਆਈ। ਭਗਤ ਜੀ ਉਹਨਾਂ ਸੰਤਾਂ ਦੀ ਸੇਵਾ ਦੇ ਵਿੱਚ ਗੁਰੂ ਕੀ ਸੰਗਤ ਮਸਤ ਹੋ ਗਏ। ਬਾਦਸ਼ਾਹ ਦੇ ਜਾਣਾ ਭੁੱਲ ਗਿਆ। ਇੱਕ ਵਾਰੀ ਕਹਦੇ ਵਾਹਿਗੁਰੂ। ਭਾਈ ਮਣੀ ਸਿੰਘ ਸ਼ਬਦ ਪੜ੍ਹ ਰਿਹਾ ਸੀ ਕਿ ਜੇ ਤੂੰ ਰੱਬ ਦਾ ਹੋ ਜਾਏ ਤੇ ਰੱਬ ਤੇਰਾ ਹੋ ਜਾਏਗਾ। ਫਰੀਦਾ ਆਸ ਵਾਰੇ ਮੈਂ ਮਿਲੇ, ਮੈਂ ਮਿਲਿਆ ਸਗੋਂ ਹੋਏ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਬਾਦਸ਼ਾਹ ਦੇ ਜਾਣਾ ਭੁੱਲ ਗਿਆ। ਆਏ ਸੰਤ ਪਰਾਉਣੇ, ਸਾਰੇ ਪੜੋ, ਆਏ ਸੰਤ ਪਰਾਉਣੇ, ਕੀਰਤਨ ਹੋਆ ਰਹਿਣ ਸੁਬਾਈ। ਸਾਰੀ ਰਾਤ ਸੇਵਾ ਕਰਦੇ ਰਹੇ, ਮਹਾਂਪੁਰਸ਼ਾਂ ਦੇ ਬਚਨ ਸੁਣਦੇ ਰਹੇ। ਘਰ ਦੇ ਵਿੱਚ ਹਰੀ ਜਸਰੀ ਕੀਰਤਨ ਹੋ ਰਿਹਾ, ਪਰ ਕਹਿੰਦੇ ਨੇ ਸੂਰਜ ਨਿਕਲਦੇ ਸਾਰ ਉਹ ਸੰਤ ਮੰਡਲੀ ਜੋ ਭਗਤ ਸੈਣ ਜੀ ਦੇ ਘਰੇ ਆਈ ਸੀ, ਉਹਨਾਂ ਚਾਲੇ ਪਾਤੇ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਸੈਣ ਨਾਈ ਨੂੰ ਇੱਕਦਮ ਖਿਆਲ ਆਇਆ ਕਿ ਮੈਂ ਅੱਜ ਬਾਦਸ਼ਾਹ ਦੇ ਨਹੀਂ ਗਿਆ, ਬਾਦਸ਼ਾਹ ਦੀ ਮੁੱਠੀ ਚਾਪੀ ਨਹੀਂ ਕਰਨ ਗਿਆ। ਨਾ ਜਾਣੇ ਬਾਦਸ਼ਾਹ ਮੈਨੂੰ ਕੀ ਸਜ਼ਾ ਦੇਵੇ। ਪਰ ਕਹਿੰਦੇ ਨੇ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਵਾਹਿਗੁਰੂ ਅੰਤਰਜਾਮੀ ਨੇ ਆਪਣੇ ਆਪ ਨੂੰ ਸੈਣ ਭਗਤ ਦੇ ਰੂਪ ਵਿੱਚ ਧਾਰਨ ਕੀਤਾ। ਖਾਲਸਾ ਜੀ ਸੈਣ ਨਾਈ ਦੇ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ। ਸੈਣ ਨਾਈ ਦੀ ਥਾਂ ਤੇ ਬਾਦਸ਼ਾਹ ਦੀ ਮੁੱਠੀ ਚਾਪੀ ਕੀਤੀ। ਰਾਜਾ ਲੱਗਾ ਕਹਿਣ, ਸੈਣ ਤੂੰ ਅੱਗੇ ਮੁੱਠੀ ਚਾਪੀ ਤੇ ਅੱਗੇ ਵੀ ਕਰਦਾ ਸੀ, ਪਰ ਵੀ ਮਿੱਤਰਾ ਅੱਜ ਇੰਨਾ ਆਨੰਦ ਆਇਆ, ਇੰਨਾ ਆਨੰਦ ਆਇਆ। ਮੁੱਠੀ ਚਾਪੀ ਤੂੰ ਇੰਨੀ ਚੰਗੀ ਕੀਤੀ, ਇੱਕ ਟਕਾ ਮਿਲਦਾ ਸੀ, ਪਰ ਅੱਜ ਮੈਂ ਤੈਨੂੰ ਬਾਦਸ਼ਾਹ ਪਾਸੋਂ ਇੱਕ ਟਕਾ ਮਿਲਦਾ ਸੀ, ਅੱਜ ਮੈਂ ਤੈਨੂੰ 5 ਟਕੇ ਦਿਆਂਗਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਇੱਧਰੋਂ ਭਗਤ ਸੈਣ ਜੀ ਡਰਦੇ ਡਰਦੇ ਜਾ ਰਹੇ ਨੇ ਤੇ ਉਧਰ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਵਾਹਿਗੁਰੂ ਅੰਤਰਜਾਮੀ ਕਹਿੰਦੇ ਨੇ ਸੈਣ ਭਗਤ ਦੇ ਘਰੋਂ ਬਾਹਰ ਆਇਆ। ਜਦੋਂ ਬਾਹਰ ਆਇਆ ਆਪਣੇ ਅਸਲੀ ਰੂਪ ਵਿੱਚ ਆਇਆ, ਤੁਰਿਆ ਜਾਂਦਾ। ਇੱਧਰੋਂ ਆਪ ਜਦੋਂ ਬਾਦਸ਼ਾਹ ਦੇ ਗਏ ਤੇ ਜਾ ਕੇ ਬਾਦਸ਼ਾਹ ਨੂੰ ਆਖਿਆ, ਜੀ ਸਰਕਾਰ ਬਹੁਤ ਗਲਤੀ ਹੋ ਗਈ, ਬਹੁਤ ਗੁਸਤਾਖੀ ਹੋ ਗਈ, ਇਸ ਗਲਤੀ ਦੀ ਮੈਨੂੰ ਮਾਫੀ ਦਿਓ। ਅੱਜ ਮੈਂ ਤੁਹਾਡੀ ਸੇਵਾ ਕਰਨ ਲਈ ਹਾਜ਼ਰ ਨਹੀਂ ਹੋ ਸਕਿਆ।
ਬਾਦਸ਼ਾਹ ਕਹਿੰਦਾ ਅੱਜ ਤੇ ਤੂੰ ਮੇਰੀ ਮੁੱਠੀ ਚਾਪੀ ਇਹੋ ਜਿਹੀ ਕੀਤੀ। ਉਹਨੇ ਜੇ ਕੱਪੜੇ ਨਹੀਂ ਸਣ ਪਾਏ ਤਨ ਤੇ, ਇੱਕ ਵਾਰੀ ਕਹਿ ਦਿਓ ਵੈਰੂ। ਕਹਿਣ ਲੱਗਾ ਵੀ ਇਹੋ ਜਿਹੀ ਮੁੱਠੀ ਚਾਪੀ ਕੀਤੀ, ਮੈਂ ਤਾਂ ਤੇਰੀ ਸੇਵਾ ਦੇ ਬੜਾ ਖੁਸ਼ ਹਾਂ, ਤੈਨੂੰ 5 ਟਕੇ ਦਿੱਤੇ ਸਨ। ਇੱਕ ਵਾਰੀ ਕਹਿ ਦਿਓ ਵੈਰੂ। ਮੈਂ ਤੇਰੇ ਤੇ ਬਹੁਤ ਖੁਸ਼ ਹਾਂ, ਕੁਝ ਹੋਰ ਵੀ ਚਾਹੀਦਾ ਤੇ ਕੁਝ ਹੋਰ ਮੰਗ ਲੈ। ਸੈਣ ਜੀ ਲੱਗੇ ਕਹਿਣ ਹੋਰ ਮੈਂ ਕੀ ਮੰਗਣਾ, ਪਰ ਸਰਕਾਰ ਬਾਦਸ਼ਾਹ ਸਲਾਮਤ ਮੁਲਕ ਰਿਆਸਤਾਂ ਦੇ ਵਿੱਚ ਵੰਡਿਆ ਆਇਆ ਸੀ। ਸਾਡੇ ਦੇਸ਼ ਦੇ ਵਿੱਚ ਉਦੋਂ ਇਸਲਾਮ ਦਾ ਰਾਜ ਸੀ। ਆਖਿਆ ਬਾਦਸ਼ਾਹ ਸਲਾਮਤ ਅੱਜ ਤੋਂ ਵੀ ਆਪਣੀ ਆਪਸ ਦੇ ਵਿੱਚ ਫਤਿਹ ਹੈ ਜੀ, ਇੱਕ ਵਾਰੀ ਕਹਿ ਦੇ ਬਹਿ। ਹੁਣ ਮੈਂ ਉਹਦੀ ਚਾਕਰੀ ਕਰਾਂਗਾ ਜਿਹੜਾ ਮੇਰੀ ਥਾਂ ਤੇ ਤੇਰੀ ਸੇਵਾ ਕਰਕੇ ਆ। ਤਦੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਸੈਣ ਨਾਈ ਜਿਹਨੂੰ ਕੋਈ ਜਾਣਦਾ ਹੀ ਨਹੀਂ ਸੀ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਚਹੁ ਕੁੰਟ ਮਾਨੈ। ਮੇਰੇ ਪਾਤਸ਼ਾਹ ਕਹਿੰਦੇ ਸੈਣ ਨਾਈ ਬੁਤਕਾਰੀਆ, ਉਹ ਕਰ ਕਰ ਸੁਣਿਆ, ਹਿਰਦੇ ਬਸਿਆ ਪਾਰ ਬ੍ਰਹਮ। ਸਾਰੇ ਪੜੋ ਹਿਰਦੇ ਬਸਿਆ ਪਾਰ ਬ੍ਰਹਮ। ਭਗਤਾਂ ਮੈਂ ਗਣਿਆ, ਭਗਤਾਂ ਮੈਂ ਗਣਿਆ। ਵੈਰੂ ਦਾ ਨਾਮ ਹਿਰਦੇ ਵਿੱਚ ਵਸਿਆ ਤੇ ਭਗਤ ਸੈਣ ਜੀ ਦੀ ਗਿਣਤੀ ਭਗਤਾਂ ਦੇ ਵਿੱਚ ਹੋ ਗਈ। ਭਗਤਾਂ ਦੇ ਵਿੱਚ ਇਧਰ ਭਗਤ ਕਬੀਰ ਜੀ ਦੇ ਘਰੋਂ ਮਾਈ ਲੋਈ। ਕਹਿੰਦੇ ਸੇਠ ਨੇ ਆਖਿਆ ਲੋਈ ਇੱਕ ਸ਼੍ਰੋਮਣੀ ਭਗਤ ਦੀ ਧਰਮ ਸਪਤਨੀ ਤੂੰ ਇੱਥੇ ਕਿਉਂ ਵਿਕੀ? ਆਖਿਆ ਜੀ ਮਹਾਂਪੁਰਖ ਆ ਗਏ ਸਨ, ਸਤਿਪੁਰਸ਼ ਆ ਗਏ ਸਨ, ਉਹਨਾਂ ਦੀ ਸੇਵਾ ਕਰਨਾ ਸਾਡਾ ਫਰਜ਼ ਸੀ ਤੇ ਮੈਨੂੰ ਤੇ ਇਸ ਕਰਕੇ ਭਗਤ ਜੀ ਵੇਚ ਗਏ। ਕਹਿੰਦੇ ਸੇਠ ਨੇ ਮਾਈ ਲੋਈ ਦੇ ਪੈਰ ਫੜ ਕੇ ਆਖਿਆ ਮਾਤਾ ਧੰਨ ਤੂੰ, ਧੰਨ ਭਗਤ ਕਬੀਰ ਤੇ ਧੰਨ ਤੁਹਾਡਾ ਗ੍ਰਸਤ ਜੀਵਨ ਖਾਲਸਾ ਜੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਵਕਤ ਆਪਣੀ ਚਾਲ ਚੱਲਦਾ ਰਹਿੰਦਾ। ਨਾਮ ਜਪ ਕੇ ਨਾਮ ਜਪਣ ਵਾਲਿਆਂ ਦਾ ਤੇ ਭਲਾ ਹੋਇਆ ਹੀ ਹੈ। ਨਾਮ ਜਪ ਕੇ ਨਾਮ ਜਪਣ ਵਾਲਿਆਂ ਦੇ ਤਾਂ ਦੁੱਖ ਟੁੱਟੇ ਹੀ ਨੇ, ਪਰ ਨਾਮ ਜਪ ਕੇ ਮੇਰੇ ਖਿਆਲ ਹੈ ਕਿ ਹੋਰਨਾਂ ਦੇ ਦੁੱਖ ਨੂੰ ਵੀ ਦੂਰ ਕਰਨ ਲਈ ਸਮਰੱਥ ਹੋਏ। ਕਾਸ਼ੀ 'ਚ ਭਗਤ ਕਬੀਰ ਜੀ ਰਹਿੰਦੇ ਨੇ। ਤੰਨਾ ਮੁੰਡੇ ਦਾ ਕੰਮ ਕਰਨਾ, ਕੱਪੜਾ ਬੁਣਨਾ ਦੇ ਵਿੱਚ ਨਹੀਂ ਜਾਣਾ। ਅੱਜ ਕਹਿੰਦੇ ਨੇ ਸਾਡੇ ਦੇਸ਼ 'ਚ ਰੇਲਾਂ ਗੱਡੀਆਂ ਸੜਕਾਂ ਦਾ ਜਾਲ ਨਹੀਂ ਸੀ ਵਿਛਿਆ। ਅਸੀਂ ਬਹੁਤਾਇਤ ਲੋਕ ਪੰਜਾਬ ਦੇ ਰਹਿਣ ਵਾਲੇ ਹਾਂ। ਸਾਡੇ ਵੇਖਦੇ ਵੇਖਦੇ ਕੱਚੇ ਰਾਹ ਹੁੰਦੇ ਸਨ, ਪਗਡੰਡੀਆਂ ਹੁੰਦੀਆਂ ਸਨ, ਪੈ ਹੁੰਦੇ ਸਨ। ਗੁਰੂ ਕੀ ਸੰਗਤ ਸੜਕਾਂ ਬਣ ਗਈਆਂ, ਨਹਿਰਾਂ ਨਿਕਲ ਗਈਆਂ। ਮੁੱਕਦੀ ਗੱਲ ਕੀ ਕਹਿੰਦੇ ਨੇ, ਇੱਕ ਕਾਸ਼ੀ ਮਾਫ ਕਰਨਾ, ਇੱਕ ਕੋਹੜੀ ਜਿਹਦੇ ਸਰੀਰ ਤੇ ਕੋਹੜ ਚੱਲਦਾ ਸੀ। ਉਹਨੂੰ ਪਤਾ ਲੱਗਾ ਕੋਹੜੀ ਨੂੰ, ਬੜੇ ਬੜੇ ਇਲਾਜ ਕੀਤੇ, ਬੜੇ ਬੜੇ ਦਾਰੂ ਕੀਤੇ, ਉਹਦੀ ਕੋਹੜ ਦੀ ਬਿਮਾਰੀ ਠੀਕ ਨਾ ਹੋਈ। ਉਸ ਕੋਹੜੀ ਨੂੰ ਕਿਸੇ ਨੇ ਕਿਹਾ ਕਿ ਇੱਕ ਭਗਤ ਕਾਸ਼ੀ ਦੇ ਵਿੱਚ ਭਗਤ ਕਬੀਰ ਜੀ ਰਹਿੰਦੇ ਨੇ,
ਉਹ ਕੋੜੀਆਂ ਦੇ ਕੋੜ ਦੂਰ ਕਰ ਦਿੰਦੇ ਹਨ। ਦੁਖੀ ਬੰਦਾ, ਰੋਗੀ ਬੰਦਾ ਬਰੇ ਪਾਸੇ ਪੈਰ ਮਾਰਦਾ, ਗੁਰੂ ਕੀ ਸੰਗਤ ਘਰ ਦੇ ਸਾਥ ਛੱਡ ਗਿਆ। ਦੁੱਖਾਂ ਦੇ ਵਿੱਚ ਦੁਨੀਆ ਬਹੁਤ ਘੱਟ ਬਣਦੀ ਹੈ। ਮੇਰੇ ਪਾਤਸ਼ਾਹ ਫਰਮਾਉਂਦੇ ਨੇ, ਸੁਖ ਮੈਂ ਆਨ ਮਿਲਤ ਬੋ ਬੈਠਤ, ਰਹਿਤ ਚਹੂ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾਡਤ, ਕਉ ਨ ਆਵਤ ਨੇਰੈ। ਪੈਰ ਦੇ ਵਿੱਚ ਜੁੱਤੀ ਨਹੀਂ, ਤਨ ਦੇ ਕੱਪੜੇ ਵੀ ਫਟੇ ਪੁਰਾਣੇ ਨੇ। ਕਹਿੰਦੇ ਨੇ ਕਾਸ਼ੀ ਨੂੰ ਵੀ ਹੀਰਾਂ ਘੱਤ ਦਿੱਤੀਆਂ ਇਸ ਕੋੜੀ ਨੇ। ਕਈ ਦਿਨਾਂ ਦਾ ਟਾਈਮ ਸਮਾਂ, ਕਈ ਦਿਨਾਂ ਦਾ ਪੈਂਡਾ ਤੈਅ ਕਰਦੇ। ਇਹ ਕੋੜੀ ਸ਼ਾਮ ਦਾ ਸਮਾਂ ਸੀ, ਕਹਿੰਦੇ ਨੇ ਕਾਸ਼ੀ 'ਚ ਪੁੱਜਿਆ। ਕਾਸ਼ੀ 'ਚ ਉੱਥੇ ਲੋਕਾਂ ਨੂੰ ਪੁੱਛਦਾ ਕਿ ਭਗਤ ਕਬੀਰ ਜੀ ਦਾ ਘਰ ਕਿਹੜੇ ਪਾਸੇ ਹੈ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਮੈਨੂੰ ਇੱਕ ਸੰਤ ਮਾਰ ਦਾ ਰਾੜੇ ਵਾਲਿਆਂ ਦਾ ਬਚਨ ਯਾਦ ਆਇਆ। ਕੈਰੋ ਪ੍ਰਤਾਪ ਪੰਜਾਬ ਦਾ ਚੀਫ ਮਿਨਿਸਟਰ ਸੀ। ਸਾਡੇ ਢਾਡੀ ਸਾਹਿਬ ਨੂੰ ਜ਼ਿਆਦਾ ਪਤਾ ਹੈ। ਮੋਹਨ ਸਿੰਘ ਤੋੜ ਨੂੰ ਬੜੇ ਬੜੇ ਦੁੱਖ ਦਿੱਤੇ ਕੈਰੋਂ ਨੇ, ਪਰ ਕਹਿੰਦੇ ਨੇ ਗੁਰੂ ਕੀ ਸੰਗਤ ਹਾਲਾਤ ਇਹੋ ਜਿਹੇ ਬਣਦੇ ਗਏ। ਕੈਰੋਂ ਸਾਹਿਬ ਕਦੇ ਬੜੀ ਚਿੰਤਾ ਹੀ ਸਨ, ਫਿਕਰ ਹੀ ਸਨ। ਬੜੇ ਬੜੇ ਥਾਵਾਂ ਤੇ ਗਿਆ। ਅਖੀਰ ਕੈਰੋਂ ਨੂੰ ਕਿਸੇ ਨੇ ਆਖਿਆ ਵੀ ਤੂੰ ਰਾੜਾ ਸਾਹਿਬ ਚਲਾ ਜਾ, ਜੇ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਨੇ ਤੇਰੀ ਬੇਨਤੀ ਪ੍ਰਮਾਣ ਕਰ ਲਈ ਨਾ ਤੇ ਤੇਰਾ ਸਭ ਕੁਝ ਠੀਕ ਹੋ ਸਕਦਾ। ਇਹੋ ਜੀ ਹਸਤੀ ਦੇ ਮਾਲਕ ਸਨ ਸੰਤ ਮਹਾਰਾਜ। ਇੱਥੇ ਪਦਾਰਥ ਕਿਵੇਂ ਮੁੱਕ ਸਕਦੇ ਨੇ? ਇੱਕ ਵਾਰੀ ਕਹਿ ਦੇ ਵੈਰ ਨਹੀਂ ਮੁੱਕ ਸਕਦੇ। ਮਹਾਰਾਜ ਦੀ ਕਮਾਈ ਬਹੁਤ ਵੱਡੀ ਸੀ। ਗੁਰੂ ਕੀ ਸੰਗਤ ਕੈਰੋ ਮੁੱਕਦੀ ਗੱਲ ਕੀ ਸੰਤ ਮਹਾਰਾਜ ਦੇ ਦੀਵਾਨ ਸਰਹੰਦ ਚੱਲ ਰਹੇ ਸਨ। ਸਰਹੰਦ ਮਾਫ ਕਰਨਾ, ਉੱਥੇ ਦੀ ਨਾਜ ਮੰਡੀ 'ਚ ਕੈਰੋਂ ਉੱਥੇ ਪੁੱਜਿਆ। ਕਹਿਣ ਲੱਗਾ ਸੰਤਾਂ ਨੂੰ ਮਿਲਣਾ। ਚੀਫ ਮਿਨਿਸਟਰ ਸੀ। ਕਿਸੇ ਨੇ ਕਿਹਾ ਵੀ ਅਸੀਂ ਨਹੀਂ ਮਿਲਾ ਸਕਦੇ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਰਾਤੀ ਕੀਰਤਨ 'ਚ ਗੱਲ ਚੱਲੀ ਸੀ ਕਿ ਬੜੇ ਬੜੇ ਰਾਜੇ ਮਹਾਰਾਜੇ ਵੀ ਮਹਾਂਪੁਰਖ ਰਾੜੇ ਵਾਲਿਆਂ ਦੇ ਦਰਸ਼ਨਾਂ ਨੂੰ ਤਰਸਦੇ ਸਨ ਔਰ ਟਾਈਮ ਮੰਗਦੇ ਸਨ। ਬਾਬਾ ਜੀ ਗੱਡੀ ਤੇ ਬੈਠੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਸਿੰਘਾਂ ਨੇ ਆਖਿਆ ਵੀ ਇੰਜ ਕਰਿਓ। ਕੈਰੋਂ ਨੂੰ ਕਿਹਾ ਵੀ ਇੰਜ ਕਰਿਓ, ਤੁਸੀਂ ਨਾ ਸੰਤਾਂ ਦੀ ਗੱਡੀ 'ਚ ਬਹਿ ਜਾ ਪਿੱਛੇ। ਉਹ ਪਿੱਛੇ ਬੈਠ ਗਿਆ। ਕੈਰੋਂ ਆਪਣੀ ਜ਼ਬਾਨੀ ਲਿਖਦਾ, ਆਪਣੀ ਜ਼ਬਾਨੀ ਕਹਿੰਦਾ ਉੱਥੋਂ ਰਾੜਾ ਸਾਹਿਬ ਤੱਕ ਸਰਹੰਦ ਤੋਂ ਲਾ ਕੇ ਰਾੜਾ ਸਾਹਿਬ ਵੱਲ, ਕਹਿੰਦਾ ਮੇਰੇ ਨਾਲ ਕੋਈ ਬਚਨ ਤਾਂ ਕੀ ਕਰਨਾ ਸੀ। ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਨੇ ਕਹਿੰਦਾ ਮੇਰੇ ਵੱਲ ਝਾਕਿਆ ਵੀ ਨਹੀਂ, ਮੇਰੇ ਵੱਲ ਝਾਕਿਆ ਵੀ ਨਹੀਂ। ਦਿਨ ਦੇ ਦੀਵਾਨ ਸਨ, ਸਰਦੀਆਂ ਦੇ ਵਿੱਚ ਦਿਨ ਦੇ ਦੀਵਾਨ ਹੁੰਦੇ ਸਨ। ਮਹਾਰਾਜ ਗੱਡੀ ਤੋਂ ਉਤਰ ਕੇ ਭੋਰਾ ਸਾਹਿਬ ਚਲੇ ਗਏ। ਸਿੰਘਾਂ ਨੂੰ ਲੱਗਾ ਕਿ ਮੈਨੂੰ ਸੰਤ ਮਹਾਰਾਜ ਦਾ ਟਾਈਮ ਦਵਾ ਦਿਓ। ਜਦੋਂ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਕੀਤੀ, ਬਾਬਾ ਜੀ ਕੈਰੋਂ ਮਿਲਣਾ ਚਾਹੁੰਦਾ।
ਬਾਬਾ ਜੀ ਕਹਿਣ ਲੱਗੇ ਵੀ ਕੀ ਕਰਾਂਗੇ ਮਿਲ ਕੇ। ਬਾਬਾ ਜੀ ਉਹ ਚੀਫ ਮਿਨਿਸਟਰ ਤੁਹਾਨੂੰ ਮਿਲਣਾ ਚਾਹੁੰਦਾ, ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਸੰਤਾਂ ਨੂੰ ਜਾ ਕੇ ਬੇਨਤੀ ਕੀਤੀ, ਬਾਬਾ ਜੀ ਕੈਰੋ ਮਿਲਣਾ ਚਾਹੁੰਦਾ। ਸੰਤ ਲੱਗੇ ਕਹਿਣ ਵੀ ਉਹਨੂੰ ਕਹੋ ਵੀ ਹੁਣ ਤੇ ਨਹੀਂ, ਪਰ ਕੱਲ ਸ਼ਾਮੀ, ਕੱਲ ਦਾ ਸਾਡਾ ਕੋਈ ਦੀਵਾਨ ਨਹੀਂ ਆਇਆ ਕਿਤੇ ਵੀ, ਤੇ ਕੱਲ ਸ਼ਾਮ ਨੂੰ ਆ ਜੇ, ਪਰ ਨਾਲ ਉਹਨੂੰ ਇਹ ਵੀ ਗੱਲ ਕਹਿ ਦਿਓ ਕਿ ਬਚਨ ਕੋਈ ਨਹੀਂ ਕਰਨਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਬਚਨ ਕੋਈ ਨਹੀਂ ਕਰਨਾ। ਉਹ ਬੇਪਰਵਾਹ ਨਾ ਬੋਲਣੀ, ਸਾਰੇ ਪੜੋ, ਉਹ ਬੇਪਰਵਾਹ ਨਾ ਬੋਲਣੀ। ਬੇਪਰਵਾਹੀਆਂ ਦੇ ਮਾਲਕ ਸੰਤ ਮਹਾਰਾਜ ਜਦੋਂ ਟਾਈਮ ਦਿੱਤਾ ਕਿ ਕੱਲ ਨੂੰ ਮਿਲਣੀ, ਦੂਸਰੇ ਦਿਨ ਚੀਫ ਮਿਨਿਸਟਰ ਦਾ ਰਾੜਾ ਸਾਹਿਬ ਪੁੱਜਣਾ। ਮਹਾਰਾਜ ਦੀ ਕੁਰਸੀ ਲੱਗੀ ਸੀ, ਇਹਨੇ ਨਮਸਕਾਰ ਕੀਤੀ। ਹਾਲਾਤ ਬੜੇ ਖਰਾਬ ਸਨ। ਵਕਤ ਬੀਤਦਾ ਰਹਿੰਦਾ, ਆਪਣੀ ਚਾਲ ਚੱਲਦਾ ਰਹਿੰਦਾ। ਫਿਰ ਇਹਨੇ ਕਿਹਾ ਸੰਤ ਜੀ, ਸੰਤ ਕਹਿੰਦਾ ਤੈਨੂੰ ਕਿਹਾ ਸੀ ਕੋਈ ਬਚਨ ਨਹੀਂ ਕਰਨਾ, ਤੈਨੂੰ ਸੁਨੇਹਾ ਨਹੀਂ ਸੀ ਦਿੱਤਾ। ਚੰਗਾ ਫਿਰ ਜੇ ਤੂੰ ਬੋਲਿਆ ਦੇਖ, ਦੱਸ ਕੀ ਕਹਿਣਾ ਚਾਹੁੰਦਾ। ਇਹਨੇ ਬੇਨਤੀ ਕੀਤੀ, ਬਾਬਾ ਜੀ ਮੇਰਾ ਇੱਕ ਸੰਪਟ ਪਾਠ ਕਰ ਦਿਓ। ਜਦੋਂ ਇਹ ਗੱਲ ਕਹੀ, ਸੰਤ ਵੱਲ ਲੱਗੇਗਾ, ਛੋਟੇ ਸੰਤ ਬਾਬਾ ਕਿਸ਼ਨ ਸਿੰਘ ਨਾਲ ਗੱਲ ਕਰ ਲਿਓ। ਚੀਫ ਮਿਨਿਸਟਰ ਛੋਟੇ ਮਹਾਂਪੁਰਖਾਂ ਦੇ ਕੋਲ ਗਿਆ, ਲੱਗਾ ਕਹਿਣ ਵੀ ਮੈਂ ਸੰਪੜ ਪਾਠ ਕਰਾਉਣਾ, ਗੁਰੂ ਕੀ ਸੰਗਤ 50,000 ਰੁਪਈਆ ਉਸ ਜ਼ਮਾਨੇ ਦਾ। ਛੋਟੇ ਸੰਤਾਂ ਦੇ ਚਰਨਾਂ 'ਚ ਮੱਥਾ ਟੇਕ ਕੇ ਕਹਿਣ ਲੱਗਾ ਜੀ ਮੇਰਾ ਇੱਕ ਪਾਠ ਕਰ ਦਿਓ। ਕੈਰੋ ਚਲਾ ਗਿਆ, ਕੈਰੋ ਚਲਾ ਗਿਆ। ਮੁੱਕਦੀ ਗੱਲ ਕੀ, ਵਾਹਿਗੁਰੂ। ਛੋਟੇ ਸੰਤ ਵੱਡੇ ਸੰਤਾਂ ਕੋਲ ਗਏ। ਸੰਤ ਜੀ ਮਹਾਰਾਜ ਬਾਬਾ ਈਸ਼ਰ ਸਿੰਘ ਦੇ ਚਰਨਾਂ ਜਾ ਕੇ ਬੇਨਤੀ ਕੀਤੀ, ਮਾਰੇ ਕੈਰੋ ਆਇਆ ਸੀ। ਕਹਿੰਦੇ ਫੇਰ ਕਹਿਣ ਲੱਗਾ 50,000 ਰੁਪਈਆ ਦੇ ਗਿਆ ਵੀ ਮੇਰਾ ਸੰਪੜ ਪਾਠ ਕਰ ਦਿਓ। ਸੰਤ ਕਹਿੰਦੇ ਮੇਰੇ ਕੋਲ ਵੀ ਆਇਆ ਸੀ, ਤੁਸੀਂ ਪੈਸੇ ਕਿਹਨੂੰ ਪੁੱਛ ਕੇ ਫੜੇ? ਪੈਸੇ ਕਿਹਨੂੰ ਫੜ ਕੇ ਪੁੱਛ ਕੇ ਫੜੇ? ਸੰਤ ਕਹਿੰਦੇ ਚੰਗਾ ਫਿਰ 5 ਸਿੰਘ ਭੇਜ ਉੱਥੇ ਚੰਡੀਗੜ੍ਹ, ਤੇ ਇਹ ਪੈਸੇ ਵਾਪਸ ਕਰਕੇ ਆਵੇ। ਪੈਸੇ ਵਾਪਸ ਕਰਕੇ ਆਉਣ। ਜਦੋਂ ਉਹ 5 ਸਿੰਘ ਜਾ ਕੇ ਚੀਫ ਮਿਨਿਸਟਰ ਨੂੰ ਮਿਲੇ, ਮੁੱਕਦੀ ਗੱਲ ਕੀ, ਉਹਨੇ ਬੜਾ ਸਤਿਕਾਰ ਕੀਤਾ। ਕਿੱਥੋਂ ਆਏ? ਆਖਿਆ ਜੀ ਰਾੜਾ ਸਾਹਿਬ ਤੋਂ ਆਏ ਆ। ਆਖਿਆ ਜੀ ਤੁਹਾਡੇ ਪੈਸੇ, ਤੁਹਾਡੀ ਅਮਾਨਤ ਤੁਹਾਨੂੰ ਵਾਪਸ ਕਰਨ ਵਾਸਤੇ ਆਏ ਆ। ਕਿ ਸੰਤ ਬਾਬਾ ਈਸ਼ਰ ਸਿੰਘ ਨੇ ਕਿਹਾ ਕਿ ਪਾਠ ਕਿਤੋਂ ਹੋਰ ਕਰਾ ਲਿਓ, ਸਾਡੇ ਕੋਲ ਕੋਈ ਟਾਈਮ ਨਹੀਂ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਮੇਰਾ ਇੱਕ ਮਿਲਣ ਵਾਲਾ ਸੀ, ਬੜਾ ਪਿਆਰ ਵਾਲਾ। ਉਹ ਕਹਿੰਦਾ ਬਾਬਾ ਮਾਨਸਿਆ ਤੇਰਾ ਸੰਤ ਇਹੋ ਜਿਹਾ ਸੀ। ਮੈਨੂੰ ਤਾਂ ਪਤਾ ਤੂੰ ਪ੍ਰੇਮੀਆਂ ਕਹਿਣਾ ਕੀ ਚਾਹੁੰਦਾ। ਕਹਿੰਦਾ ਤੇਰਾ ਸੰਤ ਇਹੋ ਜਿਹਾ ਸੀ। ਮੈਂ ਕਹਿੰਦਾ ਉਹਦੀ ਇੱਕ ਗੱਲ ਸੁਣਾਉਣੀ, ਤੈਨੂੰ ਦੱਸਣੀ ਚਾਹੁੰਦਾ। ਕਹਿਣ ਲੱਗਾ ਵੀ ਜਦੋਂ ਆਖਿਆ ਵੀ ਅਸੀਂ ਰਾੜਾ ਸਾਹਿਬ ਤੋਂ ਆਏ ਆ, ਆ ਤੁਹਾਡੀ ਅਮਾਨਤ ਤੁਹਾਨੂੰ ਦੇਣ ਵਾਸਤੇ ਆਏ ਆ। ਸੰਤ ਜੀ ਮਹਾਰਾਜ ਬਾਬਾ ਈਸ਼ਰ ਸਿੰਘ ਨੇ ਆਖਿਆ ਵੀ ਸੰਪੜ ਪਾਠ ਨਾ ਕਿ ਤੂੰ ਹੋਰ ਕਰਵਾ ਲਿਓ, ਸਾਡੇ ਕੋਲ ਕੋਈ ਟਾਈਮ ਨਹੀਂ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਉਹ ਕਹਿਣ ਲੱਗਾ, ਕਹਿੰਦਾ ਬਾਬਾ ਜੀ ਜਦੋਂ
ਰਾਣਾ ਸਾਹਿਬ ਤੋਂ ਗਏ ਸਿੰਘਾਂ ਨੇ ਇਹ ਗੱਲ ਕਹੀ ਵੀ ਸੰਤ ਮਹਾਰਾਜ ਨੇ ਕਿਹਾ ਕਿ ਪਾਠ ਕਿਸੇ ਹੋਰ ਤੂੰ ਕਰਵਾ ਲਿਓ, ਸਾਡੇ ਕੋਲ ਸਮਾਂ ਨਹੀਂ। ਕਹਿੰਦਾ ਮੈਂ ਕੋਲ ਖਲੋਤਾ ਸਾਂ ਉਸ ਸਮੇਂ, ਬਹੁਤ ਵੱਡਾ ਅਫਸਰ ਸੀ ਉਹ ਪੰਜਾਬ ਦੇ ਵਿੱਚ ਦੈਟ ਟਾਈਮ। ਉਹ ਕਹਿਣ ਲੱਗਾ ਵੀ ਜਦੋਂ ਇਹ ਗੱਲ ਕਹੀ ਸਿੰਘਾਂ ਨੇ ਵੀ ਸੰਤਾਂ ਨੇ ਕਿਹਾ ਸਾਡੇ ਕੋਲ ਕੋਈ ਟਾਈਮ ਨਹੀਂ, ਕਹਿੰਦਾ ਮੈਂ ਅੱਖੀ ਦੇਖਦਾ ਪਿਆ ਪੈਰਾਂ ਤੋਂ ਲੈ ਕੇ ਚਿਹਰੇ ਤੱਕ ਨਾ ਚੀਫ ਮਿਨਿਸਟਰ ਆਫ ਪੰਜਾਬ ਕਹਿੰਦਾ ਪਾਣੀ ਪਾਣੀ ਹੋ ਗਿਆ। ਉਦੋਂ ਫਿਰ ਇੱਕ ਚੀਫ ਮਿਨਿਸਟਰ ਨੇ ਗੱਲ ਕਹੀ, ਮਾਫ ਕਰਨਾ, ਇੱਕ ਗੱਲ ਕਹੀ, ਕਹਿੰਦਾ ਬਾਬਾ ਜੀ ਚੀਫ ਮਿਨਿਸਟਰ ਨੇ ਇੱਕ ਗੱਲ ਕਹੀ, ਕਹਿੰਦਾ ਬਸ, ਕਹਿੰਦਾ ਇੱਕੋ ਹੀ ਆਸ ਸੀ, ਪਰ ਕਹਿੰਦਾ ਵੀ ਮੈਂ ਹੁਣ ਨਹੀਂ ਮੈਂ ਬਚਣਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਹੁਣ ਨਹੀਂ ਮੈਂ ਬਚਣਾ। ਤੇ ਜੇ ਕੋਈ ਚੌਥੇ ਦਿਨ ਕੈਰੋ ਸਾਹਿਬ ਪਾਣੀਪਤ ਦੇ ਨੇੜੇ, ਯੂ ਨੋ ਵੈਰੀ ਵੈਲ ਦੈਨ ਟੂ ਮੀ, ਮੁਕਰੀ ਗੱਲ ਕੀ, ਇਵੇਂ ਲੋਕੀ ਚਾਹੁੰਦੇ ਸਨ। ਉਹਨਾਂ ਦਾ ਇੱਕ ਇੱਕ ਬਚਨ ਜਿਵੇਂ ਬੰਦੂਕ ਦੇ ਵਿੱਚ ਰੱਖਿਆ ਕਾਰਤੂਸ ਨਹੀਂ ਨਿਕਲਦਾ, ਮਾਫ ਕਰਨਾ, ਬਿਰਥਾ ਨਹੀਂ ਜਾਂਦਾ। ਉਹਨਾਂ ਦੀ ਰਸਨਾ ਤੋਂ ਨਿਕਲਿਆ ਇੱਕ ਇੱਕ ਬੋਲ, ਅਟਲ ਬੋਲ ਸੀ ਖਾਲਸਾ ਜੀ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਅਟਲ ਬੋਲ ਸੀ। ਮਹਾਰਾਜ ਦੇ ਚਰਨਾਂ 'ਚ ਇੱਕ ਗੁਰੂ ਕੀ ਸੰਗਤ ਕਰਨਲ ਪਹੁੰਚਿਆ, ਦਬਲਾਨ ਸਾਹਿਬ ਦੀ ਗੱਲ ਹੈ। ਮਹਾਂਪੁਰਖਾਂ ਨੇ ਚਰਨਾਂ 'ਚ ਨਮਸਕਾਰ ਕੀਤੀ। ਮਹਾਂਪੁਰਖ ਕਹਿੰਦੇ ਭਾਈ ਕਿੱਥੋਂ ਆਇਆ? ਨਾਭੇ ਛਾਉਣੀ ਪੈਂਦੀ ਹੈ ਮਿਲਟਰੀ ਵਾਲਿਆਂ ਦੀ। ਬਾਬਾ ਜੀ ਨੂੰ ਲੱਗਾ ਕਹਿਣ, ਮਨਾਂ ਨੂੰ ਬਦਲ ਕੇ ਰੱਖ ਦਿੰਦੇ ਸਨ। ਬਾਬਾ ਜੀ ਮੈਨੂੰ ਫੌਜ ਦੇ ਵਿੱਚੋਂ ਸਸਪੈਂਡ ਕਰਤਾ। ਮਹਾਰਾਜ ਮੈਨੂੰ ਜਰਨਲ ਸਾਹਿਬ ਨੇ ਕਿਹਾ ਵੀ ਇਹਨੂੰ ਨਹੀਂ ਰੱਖਣਾ। ਸੰਤ ਮਹਾਰਾਜ ਕਹਿੰਦੇ ਤੂੰ ਕਿਉਂ ਘਬਰਾਉਣਾ? ਕਹਿੰਦੇ ਜਦ ਤੂੰ ਜਾਏਗਾ ਨਾ ਹੁਣ ਅੱਗੂ ਤੇਰਾ ਜਰਨਲ ਤੇਰੀ ਇੰਤਜ਼ਾਰ ਕਰਦਾ ਹੋਵੇਗਾ। ਇੱਕ ਵਾਰੀ ਕਹਿ ਦੇ ਵਾਹਿਗੁਰੂ। ਔਰ ਤੈਨੂੰ ਪੁੱਛ ਕੇ ਕੋਲ ਬਿਠਾ ਕੇ ਨਾ ਤੇ ਤੈਨੂੰ ਚਾਹ ਵੀ ਪਿਲਾਊਗਾ ਤੇ ਨਾਲੇ ਇਹ ਗੱਲ ਵੀ ਕਹੂਗਾ, ਤੂੰ ਕਿੱਥੇ ਗਿਆ ਕੱਲ ਦਾ, ਅਸੀਂ ਤੈਨੂੰ ਲੱਭਦੇ ਫਿਰਦੇ ਹਾਂ। ਮਹਾਰਾਜ ਦੇ ਚਰਨ ਨਮਸਕਾਰ ਕਰਕੇ ਜਦੋਂ ਇਹ ਗਿਆ, ਅੱਗੇ ਜਾ ਕੇ ਮਿਲਿਆ ਜਦੋਂ ਅਫਸਰਾਂ ਨੂੰ, ਇਸ ਤੋਂ ਵੱਡੇ ਸਨ ਜੋ ਜਰਨਲ ਸਾਹਿਬ ਨੇ ਕਿਹਾ ਯਾਰ ਤੂੰ ਕਿੱਥੇ ਗਿਆ ਸੀਗਾ? ਮੈਂ ਚਾਹ ਪੀ। ਏਡੀ ਵੱਡੀ ਬਖਸ਼ਿਸ਼ ਉਹਨਾਂ ਦੀ ਨਜ਼ਰ ਦੇ ਵਿੱਚ ਸੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਏਡੀ ਵੱਡੀ ਬਖਸ਼ਿਸ਼ ਉਹਨਾਂ ਦੀ ਨਜ਼ਰ 'ਚ ਸੀ, ਨਜ਼ਰ 'ਚ। ਮਾਫ ਕਰਨਾ, ਕਿਸੇ ਨੇ ਸੰਤ ਮਹਾਰਾਜ ਨੂੰ ਕਹਿ ਐਂ ਹੀ ਹੱਥ ਮਾਰਦੇ ਸਨ। ਉਹਦੇ 3 ਮੁੰਡੇ ਸਨ ਤੇ 3 ਹੀ ਲੜਕੀਆਂ ਸਨ ਕਿਸੇ ਦੀਆਂ। ਉਹਨਾਂ ਆਖਿਆ ਬਾਬਾ ਜੀ ਇਹਨਾਂ ਦੇ 3 ਬੇਟੇ ਨੇ ਤੇ ਮੇਰੀਆਂ 3 ਲੜਕੀਆਂ ਜਵਾਨ ਨੇ, ਇਹ ਰਿਸ਼ਤਾ। ਉਹ ਮਾਈ ਉਹਨਾਂ ਮੁੰਡਿਆਂ ਦੀ ਮਾਂ, ਕਰਮ ਮਾੜੇ, ਸੰਤਾਂ ਕਹਿਣ ਲੱਗੇ ਰਿਸ਼ਤਾ ਲੈ ਲਓ। ਕਹਿੰਦੇ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਭਜਨ ਕਰਨ ਵਾਲਾ ਨਹੀਂ। ਜਦੋਂ ਮਹਾਰਾਜ ਨੇ ਬਚਨ ਕੀਤਾ, ਮਾਈ ਲੱਗੀ ਕਹਿਣ ਮਹਾਰਾਜ ਮੇਰੇ ਮੁੰਡੇ ਜ਼ਿਆਦਾ ਪੜ੍ਹੇ ਨੇ ਤੇ ਕੁੜੀਆਂ ਘੱਟ ਪੜ੍ਹੀਆਂ ਨੇ,
ਤੇ ਅਸੀਂ ਇਹਨਾਂ ਕੁੜੀਆਂ ਦਾ ਰਿਸ਼ਤਾ ਨਹੀਂ ਲੈਣਾ। ਸੰਤ ਜੀ ਨੇ ਐਂ ਹੱਥ ਮਾਰਿਆ, ਜੋ ਐਂ ਹੱਥ ਮਾਰਿਆ ਨਾ, ਬੋਲੇ ਨਹੀਂ, ਐਂ ਹੱਥ ਮਾਰਿਆ। ਸਾਧ ਸੰਗਤ ਜੀ ਅੱਜ ਉਹ ਪਰਿਵਾਰ ਖੇਰੂ ਖੇਰੂ ਹੋ ਗਿਆ। ਭਗਤ ਕਬੀਰ ਜੀ ਕਹਿੰਦੇ, ਕਿਸੇ ਨੇ ਆਖਿਆ ਕੋੜੀ ਨੂੰ ਵੀ ਉਹ ਕੋੜੀਆਂ ਦਾ ਕੋੜ ਦੂਰ ਕਰ ਦਿੰਦੇ ਨੇ। ਕਾਸ਼ੀ ਪੁੱਜਿਆ, ਕੋੜੀ ਪੁੱਜਿਆ ਕਾਸ਼ੀ। ਲੋਕਾਂ ਨੂੰ ਕਹਿੰਦਾ ਭਗਤ ਕਬੀਰ ਦਾ ਘਰ ਕਿੱਥੇ ਰਹਿੰਦਾ? ਉਹਨੇ ਕਿਹਾ ਭਗਤ ਕਬੀਰ ਦਾ ਘਰ ਫਲਾਣੇ ਫਲਾਣੇ ਥਾਂ ਤੇ ਹੈ। ਪੁੱਛਦੇ ਪੁੱਛਦੇ ਭਗਤ ਕਬੀਰ ਦੇ ਘਰੇ ਪਹੁੰਚਿਆ, ਦਰਵਾਜ਼ਾ ਖਟਖਟਾਇਆ, ਅੰਦਰੋਂ ਮਾਈ ਲੋਈ ਨੇ ਦਰਵਾਜ਼ਾ ਖੋਲਿਆ। ਆਖਿਆ ਕੌਣ ਹੈ ਭਾਈ ਤੂੰ? ਦੁੱਖ ਬੰਦੇ ਨੂੰ ਬੜਾ ਝੁਕਾ ਕੇ ਰੱਖ ਦਿੰਦਾ, ਸੁੱਖ ਬੰਦੇ ਨੂੰ ਹੰਕਾਰੀ ਬਣਾ ਦਿੰਦਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਮਾਈ ਲੋਈ ਨੇ ਆਖਿਆ ਪ੍ਰੇਮੀਆ ਕੌਣ ਹੈ ਤੂੰ? ਉਹਨੇ ਚਾਦਰ ਚੱਕੀ, ਆਪਣੇ ਸਰੀਰ ਦਾ ਬੁੱਕਲ ਦੀ ਜਿਹੜੀ ਮਾਰੀ ਸੀ ਉਹ ਚਾਦਰ ਉਤਾਰੀ। ਮੱਖੀਆਂ ਭਿੰਨ ਭਿੰਨ ਕਰਦੀਆਂ ਸਨ। ਲੋਈ ਨੇ ਆਖਿਆ ਕੌਣ ਹੈ ਤੂੰ, ਕਿੱਥੋਂ ਹੈ? ਐਵੇਂ ਨਹੀਂ, ਪਾਤਸ਼ਾਹ ਕਹਿੰਦੇ ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹਨੇ ਆਖਿਆ ਪ੍ਰੇਮੀਆਂ ਤੂੰ ਸੇਵਾ ਦੱਸ। ਕਹਿਣ ਲੱਗਾ ਭਗਤ ਕਬੀਰ ਦਾ ਘਰ ਇਹੀ ਹੈ। ਕਹਿੰਦੇ ਘਰ ਤੇ ਇਹੋ ਹੀ ਹੈ, ਪਰ ਤੂੰ ਦੱਸ ਤੂੰ ਆਇਆ ਕਿਵੇਂ ਆ? ਕੋੜੀ ਨੇ ਆਖਿਆ ਮਾਤਾ ਮੈਂ ਸੁਣਿਆ ਕਿ ਭਗਤ ਕਬੀਰ ਕੋੜਿਆਂ ਦੇ ਕੋੜ ਦੂਰ ਕਰ ਦਿੰਦੇ ਨੇ। ਲੋਈ ਨੇ ਕਿਹਾ ਕੋੜ ਤਾਂ ਤੇਰਾ ਮੈਂ ਹੀ ਚੱਕ ਦੂੰਗੀ, ਕੋਈ ਹੋਰ ਸੇਵਾ ਹੈ ਤਾਂ ਦੱਸ, ਕੋਈ ਹੋਰ ਸੇਵਾ ਹੈ ਤਾਂ ਤੂੰ ਦੱਸ। ਉਹ ਕਹਿੰਦਾ ਮਾਤਾ ਠੀਕ ਹੋ ਜਾ, ਹੋਰ ਮੇਰੀ ਇਹ ਨਾਮ ਜਪਣ ਵਾਲਿਆਂ 'ਚ ਦਇਆ ਹੁੰਦੀ ਆ, ਨਾਮ ਜਪਣ ਵਾਲਿਆਂ 'ਚ ਤਰਸ ਹੁੰਦਾ। ਕਹਿੰਦੀ ਆ ਜਾ। ਅੱਜ ਕੱਲ੍ਹ ਦਾ ਜ਼ਮਾਨਾ ਬਦਲ ਗਿਆ, ਅੱਗੇ ਪਿੰਡਾਂ 'ਚ ਮੂਹੜੇ ਹੁੰਦੇ ਸਨ। ਮੇਰੇ ਕੋਲ ਤੁਸੀਂ ਵੀ ਬੈਠੇ ਹੋਣੇ ਨਾ ਮੂਹੜਿਆਂ ਤੇ। ਮੂਹੜਾ ਦਿੱਤਾ ਬੈਠਣ ਨੂੰ ਤੇ ਕਹਿੰਦੀ ਇੱਥੇ ਬੈਠ, ਆਪ ਪੀੜੇ ਤੇ ਬਹਿ ਗਈ। ਉਹਨੂੰ ਕਹਿੰਦੀ ਕਹੋ ਰਾਮ ਸਗਲ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣਗਾਨ। ਨਾ ਹੁਣ ਸਾਡੇ ਕਹਿਣ ਤੇ ਕੋੜ ਨਹੀਂ ਦੂਰ ਹੁੰਦਾ ਕਿਸੇ ਦਾ, ਸਾਡਾ ਤਾਂ ਆਪਣਾ ਹੀ ਨਹੀਂ ਦੂਰ ਹੁੰਦਾ। ਉਹ ਲੋਈ ਦੇ ਬਚਨ ਕਿਉਂ ਸੱਤ ਹੁੰਦਾ ਸਨ? ਸੱਤ ਪੁਰਸ਼ਾਂ ਦੇ ਬਚਨ ਕਿਉਂ ਸੱਤ ਹੁੰਦੇ ਨੇ? ਪ੍ਰੇਮੀਓ, ਸੱਤ ਪੁਰਸ਼ਾਂ ਨੇ ਨਾਮ ਕਮਾਇਆ ਹੁੰਦਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਕਹਿੰਦੇ ਕਹੋ ਰਾਮ। ਉਹਨੇ ਰਾਮ ਕਿਹਾ। ਕਹਿੰਦੀ ਫੇਰ ਕਹੋ ਰਾਮ। ਦੂਜੀ ਵਾਰੀ ਰਾਮ ਕਿਹਾ। ਕਹਿੰਦੀ ਇੱਕ ਵਾਰੀ ਹੋਰ ਰਾਮ ਕਹੋ। ਜਦੋਂ ਤੀਜੀ ਵਾਰੀ ਰਾਮ ਕਿਹਾ ਤੇ ਕੋੜੀ ਦਾ ਸਰੀਰ ਚੰਦਨ ਵਰਗਾ ਬਣ ਗਿਆ। ਇਸ ਗੱਲ ਦੀ ਬੜੀ ਸੋਭਤ ਹੈ, ਬੜੀ ਚਰਚਾ ਕਾਸ਼ੀ ਦੇ ਵਿੱਚ। ਬਈ ਭਗਤ ਕਬੀਰ ਜੀ ਤਾਂ ਹੈ ਨੇ, ਪਰ ਲੋਈ ਵੀ ਕਿਸੇ ਤੋਂ ਘੱਟ ਨਹੀਂ, ਭਗਤ ਕਬੀਰ ਤੋਂ ਘੱਟ ਨਹੀਂ। ਲੋਕੀ ਘਰ ਘਰ ਗੱਲਾਂ ਕਰਦੇ ਨੇ ਵੀ ਬਈ ਭਗਤ ਕਬੀਰ ਦੇ ਘਰੋਂ ਲੋਈ ਨੇ ਇੱਕ ਕੋੜੀ ਦਾ ਕੋੜ ਦੂਰ ਕਰਤਾ, ਔਰ 3 ਵਾਰੀ ਰਾਮ ਕਹਾਇਆ। ਭਗਤ ਕਬੀਰ ਜੀ ਘਰ ਆਏ,
ਜਦੋਂ ਘਰ ਆਏ ਤੇ ਉਸ ਮੌਕੇ ਕਹਿੰਦੇ ਨੇ ਲੋਈ ਵੱਲ ਪਿੱਠ ਕਰਕੇ ਬੈਠ ਗਏ। ਪਿੱਠ ਜਦੋਂ ਲੋਈ ਵੱਲ ਪਿੱਠ ਕਰਕੇ ਬੈਠ ਗਿਆ, ਮਾਫ ਕਰਨਾ, ਉਸ ਮੌਕੇ ਭਗਤ ਕਬੀਰ ਜੀ ਮੂੰਹ ਦੂਜੇ ਪਾਸੇ ਕਰਦੇ ਨੇ ਤੇ ਲੋਈ ਫਿਰ ਅੱਗੇ ਹੁੰਦੀ ਹੈ। ਉਸ ਮੌਕੇ ਲੋਈ ਕਹਿੰਦੀ ਮਾਰ ਗੱਲ ਤੇ ਸੁਣੋ, ਗੱਲ ਕੀ ਹੈ। ਉਸ ਮੌਕੇ ਬਾਣੀ ਉਚਾਰਨ ਕੀਤੀ ਹੈ ਜੀ, ਆਰੇ ਨਲ ਚੀਰ ਦੇ ਕਰ ਬਟਨਾ ਦੇ ਕੇ ਮਾਰੀ, ਆਰੇ ਨਲ ਚੀਰ ਦੇ ਓਏ ਕਰ ਬਟਨਾ ਦੇ ਕੇ ਮਾਰੀ। ਆਰੇ ਨਲ ਚੀਰ ਦਿਓ ਕਰਬ ਨਾ ਦੇ ਕੇ ਮਾਰੋ। ਮਾਰੋ ਆਰੇ ਨਲ ਚੀਰ ਦਿਓ ਕਰਵਟ ਨਾ ਦੇ ਕੇ ਮਾਰੋ। ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ, ਸੁਣ ਮੇਰੀ ਬੇਨਤੀ ਮੇਰੀ। ਮਹਾਰਾਜ ਇੱਕ ਵਾਰੀ ਮੇਰੇ ਗੱਲ ਨਾਲ ਲੱਗ ਕੇ ਮੇਰੇ ਨਾਲ ਗੱਲਬਾਤ ਤਾਂ ਕਰੋ। ਆਉਂਦੇ ਤੁਸੀਂ ਮੂੰਹ ਦੂਜੇ ਪਾਸੇ ਕਰਕੇ ਬਹਿ ਗਏ। ਆਪਸ ਵਿੱਚ ਪਿਆਰ ਬੜਾ ਸੀ। ਮੁਕਰੀ ਗੱਲ ਕੀ ਗੁਰੂ ਕੀ ਸੰਗਤ ਹੋ ਵਾਰੀ ਮੁਖ ਫੇਰ ਪਿਆਰੇ। ਸਾਰੇ ਪੜੋ ਹੋਂ ਵਾਰੀ ਮੁਖ ਫੇਰ ਪਿਆਰੇ। ਕਰਵਟ ਦੇ ਮੁਖ ਕਾਹੇ ਕੋ ਮਾਰੇ। ਮੈਨੂੰ ਪਿੱਠ ਦੇ ਕੇ ਕਿਉਂ ਮਾਰਦੇ ਹੋ। ਮਾਫ ਕਰਨਾ, ਮੇਰੇ ਗੱਲ ਲਾ ਕੇ ਮੇਰੀ ਬੇਨਤੀ ਤਾਂ ਸੁਣੋ। ਮਾਫ ਕਰਨਾ ਗੁਰੂ ਕੀ ਸੰਗਤ। ਕਬੀਰ ਜੀ ਲੱਗੇ ਕਹਿਣ ਲੋਈ ਤੂੰ ਮੇਰੇ ਰਾਮ ਨੂੰ ਇੰਨਾ ਕਸ਼ਟ ਦਿੱਤਾ, ਇੰਨੀ ਤਕਲੀਫ ਦਿੱਤੀ। 3 ਵਾਰੀ ਰਾਮ ਦਾ ਨਾਮ ਕਹਾਇਆ, ਇੱਕ ਵਾਰੀ ਰਾਮ ਦਾ ਨਾਮ ਕਹਾਉਂਦੀ ਤੇ ਕੋੜੀ ਦਾ ਕੋੜ ਦੂਰ ਤੱਕ ਹੋ ਜਾਣਾ ਸੀ।
3 ਵਾਰੀ ਰਾਮ ਦਾ ਨਾਮ ਕਹਾਉਣ ਦੀ ਕੀ ਲੋੜ ਸੀ? ਲੋਈ ਕਹਿੰਦੀ ਸੁਣੋ ਜੀ, ਇੱਕ ਵਾਰੀ ਰਾਮ ਦਾ ਨਾਮ ਕਹਾ ਕੇ ਜਿਹੜੇ ਕਰਮ ਮਾੜੇ ਕਰਮਾਂ ਕਰਕੇ ਕੋੜੀ ਦੇ ਸਰੀਰ ਤੇ ਕੋੜ ਚੱਲਿਆ ਸੀ, ਉਹਨਾਂ ਮਾੜੇ ਕਰਮਾਂ ਦਾ ਮੈਂ ਨੂੰ ਦੂਰ ਕਰਤਾ। ਕਹਿੰਦੇ ਦੂਜੀ ਵਾਰੀ ਕਹਿੰਦੀ ਰਾਮ ਦਾ ਨਾਮ ਕਹਾ ਕੇ ਮੈਂ ਕੋੜੀ ਦਾ ਕੋੜ ਦੂਰ ਕਰ ਦਿੱਤਾ। ਲੱਗੇ ਕਿ ਕਹਿਣ ਤੀਜੀ ਵਾਰੀ ਰਾਮ ਦਾ ਨਾਮ ਕਿਉਂ ਕਹਾਇਆ? ਕਹਿੰਦੇ ਉਹ ਦੁਖੀਆ ਸੀ, ਵਿਚਾਰਾ ਰੋਂਦਾ ਸੀ, ਵਿਚਾਰਾ ਕਹਿੰਦਾ ਸੀ ਮੇਰਾ ਕੋਈ ਮਾਂ ਬਾਪ ਭੈਣ ਭਾਈ ਮੇਰਾ ਕੋਈ ਨਹੀਂ। ਮੁੱਕਦੀ ਗੱਲ ਕੀ ਮੈਨੂੰ ਉਹਦੇ ਤੇ ਬੜਾ ਹੀ ਤਰਸ ਆਇਆ, ਇੰਨਾ ਤਰਸ ਆਇਆ। ਕਹਿਣ ਲੱਗੀ ਵੀ ਤੀਜੀ ਵਾਰੀ ਰਾਮ ਦਾ ਨਾਮ ਕਹਾ ਕੇ ਮੈਂ ਕੋੜੀ ਦਾ ਜਨਮ ਮਰਨੀ ਕੱਢ ਦਿੱਤਾ ਵੀ ਜਾ ਮੌਜਾਂ ਮਾਣ। ਮੁੱਕਦੀ ਗੱਲ ਕੀ ਰਹੀ ਗੱਲ ਹੁਣ ਤੁਹਾਡੀ, ਜੇ ਮੈਂ ਜਾਣਦੀ ਸੱਜਣ ਮੁਖ ਮੋੜੇ ਮੈਂ ਇੱਕੋ ਵਾਰੀ ਰਾਮ ਬੋਲਦੀ।
ਬਾਣੀ ਭਗਤ ਕਬੀਰ ਦੀ ਹੈ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਭਗਤ ਕਬੀਰ ਜੀ ਆਪਣੀ ਬਾਣੀ ਦੇ ਵਿੱਚ ਕਹਿ ਰਹੇ ਨੇ ਕਿ ਲੋਈ ਨੇ ਕਿਹਾ ਕਿ ਜੇ ਆਰਾ ਲੈ ਕੇ ਮੇਰੇ ਤਨ ਨੂੰ ਚੀਰ ਦਿਓ ਤੇ ਮੈਂ ਸੀ ਨਾ ਕਰਾਂ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਪਰ ਇਹ ਪਿੱਠ ਤੇ ਨਹੀਂ ਮੇਰੇ ਕੋਲ ਦੇਖੀ ਜਾਣੀ। ਫਿਰ ਭਗਤ ਕਬੀਰ ਜੀ ਕਹਿੰਦੇ ਨੇ ਮਾਫ ਕਰਨਾ ਹਮ ਤੁਮ ਭੀਚ ਭਇਓ ਨਹੀਂ ਕੋਈ। ਬੱਲੇ ਬੱਲੇ ਬੱਲੇ। ਕਹਿੰਦੇ ਲੋਈ ਤੇਰੇ ਤੇ ਮੇਰੇ ਵਿੱਚ ਕੋਈ ਤੀਸਰਾ ਬੰਦਾ ਹੋਰ ਕੋਈ ਨਹੀਂ। ਇੱਕ ਵਾਰੀ ਕਹਿ ਦੇ ਵਾਹਿਗੁਰੂ। ਹਮ ਤੁਮ ਭੀਚ ਭਇਓ ਨਹੀਂ ਕੋਈ। ਬਾਣੀ ਭਗਤ ਕਬੀਰ ਜੀ ਹੈ। ਮਾਫ ਕਰਨਾ ਕਹਿੰਦੇ ਨੇ ਹਮ ਤੁਮ ਬੀਜ ਭਇਓ ਨਹੀਂ ਕੋਈ। ਤੁਮ ਸੋ ਕੰਤ ਨਾਰ ਹਮ ਸੋਈ। ਭਗਤ ਕਬੀਰ ਜੀ ਦੀ ਬਾਣੀ ਹੈ। ਭਗਤ ਕਬੀਰ ਜੀ ਕਹਿੰਦੇ ਬਿਆਨ ਕੀਤਾ ਭਗਤ ਲੋਈ ਦੇ ਪਿਆਰ ਨੂੰ। ਕਹਿੰਦੇ ਤੇਰੇ ਵਰਗੀ ਔਰਤ ਨਹੀਂ ਕੋਈ। ਲੋਈ ਕਹਿ ਰਹੀ ਮਾਫ ਕਰਨਾ ਤੇਰੇ ਵਰਗਾ ਕੋਈ ਪਤੀ ਨਹੀਂ। ਤੁਮ ਸੋ ਨਾਰ ਮਾਫ ਕਰਨਾ ਹਮ ਸੋਈ। ਅਖੀਰ ਤੇ ਭਗਤ ਕਬੀਰ ਜੀ ਕਹਿੰਦੇ ਨੇ ਕਿ ਕਹਿਤ ਕਬੀਰ ਸੁਣੋ ਰੀ ਲੋਈ। ਕਹਿਤ ਕਬੀਰ ਸੁਣੋ ਰੀ ਲੋਈ। ਮਾਫ ਕਰਨਾ ਅਬ ਤੁਮਰੀ ਪ੍ਰਤੀਤ ਨਾ ਹੋਈ। ਮੈਂ ਤਾਂ ਤੇਰੀ ਗੱਲ ਨੂੰ ਸਮਝ ਨਹੀਂ ਸਕਿਆ। ਤੁਮਰੀ ਪ੍ਰਤੀਤ ਨਾ ਹੋਈ। ਤੁਮਰੀ ਪ੍ਰਤੀਤ ਨਾ ਹੋਈ। ਤੁਮਰੀ ਪ੍ਰਤੀਤ ਨਾ ਹੋਈ। ਤੁਮਰੀ ਪ੍ਰਤੀਤ ਨਾ ਹੋਈ। कबीर सुनो रे लोई। कबीर सुनो रे लोई। कबीर सुनो रे। तुमरी प्रतीत न होई। तुमरी प्रतीत न होई। तुमरी प्रतीत न होई। ਭਗਤ ਕਬੀਰ ਜੀ ਕਹਿੰਦੇ ਕਿ ਮੈਂ ਤੈਨੂੰ ਲੋਈ ਸਮਝ ਨਹੀਂ ਸਕਿਆ। ਇੱਧਰ ਜੀਵ ਕਹਿੰਦਾ ਹੈ ਵਾਹਿਗੁਰੂ ਮੈਂ ਤੇਰੀ ਸਾਰ ਨਹੀਂ ਜਾਣੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ।
माफ़ करना, इन्ने क शब्द करो प्रवान। थोड़े समय की गल है, शरीर ने ठीक हो जाना। वाजे दियां उतलियां सुरां जिहदे ते कदे कीर्तन करदे सां, हुण भी जदों वाजे दियां सुरां ते हथ रखदे हां, एक धारना पाड़ी लाओ। केड़ा बार तू जिगर ते टुटे, बाजां वाले गुरु दी तरह। शब्द प्रवान उन्हें भुलों की माफ़ी। अगला समा भाई मनी सिंह होर पासों माफ़ करना। हरी जसरी कीर्तन सरवण करो। शरीर गड़ी लोड़ जरूर मंदी है, पर आत्मा ते मन ये लोड़ नहीं मनता। आत्मा अजे भी बलवान है, मन अजे भी बली है। महाराज की कृपा नाल साध संगत जी समा लाया करो। वाहिगुरू जी का खालसा, वाहिगुरू जी की फतेह।